DRG Kids। ਕਹਾਣੀ ਚੰਦੂ ਅਤੇ ਨੰਦੂ। ਚੰਦੂ ਅਤੇ ਨੰਦੂ ਦੀ ਬਹਾਦੁਰੀ ਅਤੇ ਸਮਝਦਾਰੀ ਕਰਕੇ ਦਾਦਾ ਵੀਰ ਦੀ ਪੋਤੀ ਪਰੀ ਸਹੀ ਸਲਾਮਤ ਆਪਣੇ ਘਰ ਵਾਪਸ ਆ ਜਾਂਦੀ ਹੈ ਅਤੇ ਜੱਗੂ ਅਤੇ ਮੁਨੀਮ ਨੂੰ ਪਰੀ ਨੂੰ ਅਗਵਾ ਕਰਨ ਦੇ ਗੁਨਾਹ ਦੇ ਲਈ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਰਸਦਪੁਰ ਪਿੰਡ ਵਿੱਚ ਜ਼ਮੀਨਦਾਰ ਦਾਦਾ ਵੀਰ ਦੀ ਹਵੇਲੀ ਵਿੱਚ ਦੋ ਭਰਾ ਚੰਦੂ ਅਤੇ ਨੰਦੂ ਬਚਪਨ ਤੋਂ ਹੀ ਕੰਮ ਕਰਦੇ ਨੇ। ਦਾਦਾ ਵੀਰ ਆਪਣੀ ਹਵੇਲੀ ਵਿੱਚ ਕੰਮ ਕਰਨ ਵਾਲਿਆਂ ਦਾ ਬੜਾ ਹੀ ਖਿਆਲ ਰੱਖਦੇ ਸੀ। ਇਸੇ ਲਈ ਉਹਨਾਂ ਦਾ ਘਰ ਕੰਮ ਕਰਨ ਵਾਲੇ ਬੜੀ ਮਿਹਨਤ ਨਾਲ ਅਤੇ ਲਗਨ ਦੇ ਨਾਲ ਕੰਮ ਕਰਦੇ ਨੇ। ਹੋਲੀ ਦਾ ਤਿਉਹਾਰ ਨੇੜੇ ਹੀ ਆ ਰਿਹਾ ਸੀ। ਇਸੇ ਲਈ ਚੰਦੂ ਅਤੇ ਨੰਦੂ ਬਾਜ਼ਾਰ ਤੋਂ ਹੋਲੀ ਦਾ ਸਾਮਾਨ ਲੈ ਕੇ ਹਵੇਲੀ ਵਾਪਸ ਜਾਣਦੇ ਹੋਏ ਆਪਸ ਵਿੱਚ ਗੱਲ ਕਰਦੇ ਨੇ। ਅਸੀਂ ਕੱਲ ਹੋਲੀ ਦੇ ਲਈ ਸਾਰਾ ਸਮਾਨ ਖਰੀਦ ਲਿਆ ਹੈ। ਹਾਂ ਵੀਰ ਜੀ, ਕੱਲ ਹਵੇਲੀ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਵਾਂਗੇ। ਹਾਂ ਉਹ ਤੇ ਠੀਕ ਹੈ, ਪਰ ਅਸੀਂ ਹਵੇਲੀ ਵਿੱਚ ਆਉਣ ਵਾਲੇ ਪ੍ਰਾਹੁਣਿਆਂ ਦਾ ਖਿਆਲ ਵੀ ਤਾਂ ਰੱਖਣਾ ਹੈ। ਬੜੀ ਹੀ ਜ਼ਿੰਮੇਵਾਰੀ ਵਾਲਾ ਕੰਮ ਹੈ ਵੀਰੇ। ਦਾਦਾ ਵੀਰ ਆਪਣੀ ਹਵੇਲੀ ਦੇ ਸਾਹਮਣੇ ਹੀ ਬਾਹਰ ਇੱਕ ਵੱਡੀ ਕੁਰਸੀ ਉੱਤੇ ਬੈਠੇ ਨੇ। ਮੁਨੀਮ ਜੀ ਅਤੇ ਬਾਕੀ ਨੌਕਰ ਵੀ ਉੱਥੇ ਹੀ ਮੌਜੂਦ ਨੇ। ਮੁਨੀਮ ਜੀ, ਚੰਦੂ ਅਤੇ ਨੰਦੂ ਨਜ਼ਰ ਨਹੀਂ ਆ ਰਹੇ ਨੇ। ਦਾਦਾ ਜੀ, ਉਹ ਦੋਵੇਂ ਤੇ ਸਵੇਰ ਤੋਂ ਬਾਜ਼ਾਰ ਗਏ ਨੇ ਹੋਲੀ ਦਾ ਸਮਾਨ ਲੈਣ ਦੇ ਲਈ। ਆਉਂਦੇ ਹੀ ਹੋਣਗੇ। ਠੀਕ ਉੱਥੋਂ ਹੀ ਚੰਦੂ ਅਤੇ ਨੰਦੂ ਹਵੇਲੀ ਦੇ ਗੇਟ ਤੋਂ ਅੰਦਰ ਆਉਂਦੇ ਨੇ। ਉਹ ਵੇਖੋ ਦਾਦਾ ਜੀ, ਆ ਗਏ ਦੋਵੇਂ। ਤੁਸੀਂ ਦੋਵੇਂ ਹੋਲੀ ਦਾ ਸਾਰਾ ਸਾਮਾਨ ਲਿਆਇਓ? ਕੁਝ ਰਹਿ ਤਾਂ ਨਹੀਂ ਗਿਆ ਤੁਹਾਡੇ ਕੋਲੋਂ? ਜੀ ਦਾਦਾ ਦਾਦਾ ਜੀ, ਜੀ, ਅਸੀਂ ਅਸੀਂ ਸਾਰਾ ਸਾਰਾ ਸਮਾਨ ਸਮਾਨ ਲੈ ਲੈ ਆਏ ਆਏ ਹਾਂ। ਦੋਵੇਂ ਭਰਾ ਦਾਦਾ ਵੀਰ ਦੇ ਸਾਹਮਣੇ ਸਾਰਾ ਸਾਮਾਨ ਰੱਖ ਦਿੰਦੇ ਨੇ। ਮੁਨੀਮ ਉਹਨਾਂ ਦੋਵੇਂ ਨੂੰ ਤੇੜੀ ਨਜ਼ਰ ਨਾਲ ਵੇਖਦਾ ਹੈ। ਉਦੋਂ ਹੀ ਹਵੇਲੀ ਵਿੱਚੋਂ ਦਾਦਾ ਵੀਰ ਦੀ 9 ਸਾਲ ਦੀ ਪੋਤੀ ਪਰੀ ਖੇਡਦੇ ਹੋਏ ਉੱਥੇ ਉਹਨਾਂ ਦੇ ਕੋਲ ਆਉਂਦੀ ਹੈ। ਦਾਦਾ ਜੀ, ਚੰਦੂ ਕਾਕਾ ਮੇਰੇ ਲਈ ਵੱਡੀ ਸਾਰੀ ਪਿਚਕਾਰੀ ਲੈ ਕੇ ਆਏ ਹੈ ਨਾ? ਹਾਂ ਪੁੱਤਰ, ਤੇਰੀ ਪਿਚਕਾਰੀ ਵੀ ਆ ਗਈ ਹੈ। ਦਿਓ ਫਿਰ ਮੈਨੂੰ ਮੇਰੀ ਪਿਚਕਾਰੀ। ਐ ਰਹੀ ਸਾਡੀ ਪਰੀ ਦੀ ਪਿਚਕਾਰੀ। ਉਹ ਵੇਖੋ ਤੇ ਕਿੰਨੀ ਵੱਡੀ ਹੈ। ਵਾਹ ਦਾਦਾ ਜੀ, ਇਹਦੇ ਵਿੱਚ ਤੇ ਕਿੰਨਾ ਸਾਰਾ ਰੰਗ ਆ ਜਾਵੇਗਾ। ਹੁਣ ਮੈਂ ਇੱਕੋ ਵਾਰੀ ਸਾਰਿਆਂ ਉੱਤੇ ਰੰਗ ਪਾ ਸਕਦੀ ਹਾਂ। ਪਰੀ ਦੀ ਗੱਲ ਉੱਤੇ ਸਾਰੇ ਹੀ ਹੱਸ ਪੈਂਦੇ ਨੇ ਅਤੇ ਉਹ ਪਿਚਕਾਰੀ ਲੈ ਕੇ ਅੰਦਰ ਚਲੀ ਜਾਂਦੀ ਹੈ। ਹਾਂ ਤੇ ਮੈਂ ਕੀ ਕਹਿ ਰਿਹਾ ਸੀ ਬਈ, ਰਾਤ ਦੀ ਹੋਲੀ ਦੀ ਪੂਜਾ ਦੀ ਰਸਮ ਦੇ ਵਿੱਚ ਮੈਂ ਪਰੀ ਦੇ ਹੱਥੋਂ ਗਰੀਬ ਲੋਕਾਂ ਨੂੰ ਦਾਨ ਦਕਸ਼ਿਣਾ ਦੇਣਾ ਚਾਹਨਾ। ਕਿਵੇਂ ਰਹੇਗਾ ਮੁਨੀਮ ਜੀ? ਬਹੁਤ ਚੰਗਾ ਰਹੂਗਾ ਦਾਦਾ ਜੀ। ਦਾਦਾ ਜੀ, ਪਰੀ ਪਹਿਲੀ ਵਾਰ ਹੋਲੀ ਪੂਜਾ ਤੇ ਦਾਨ ਕਰੇਗੀ। ਇਹ ਤਾਂ ਬੜੀ ਸ਼ੁਭ ਖਬਰ ਹੈ। ਠੀਕ ਹੈ ਫਿਰ, ਬੜੀ ਦੇਰ ਹੋ ਚੁੱਕੀ ਹੈ। ਤੁਸੀਂ ਸਾਰੀ ਰੋਟੀ ਪਾਣੀ ਖਾ ਕੇ ਸ਼ਾਮ ਦੀ ਹੋਲੀ ਦੀ ਪੂਜਾ ਦੀ ਰਸਮ ਦੀ ਤਿਆਰੀ ਲੱਗ ਜਾਓ। ਜੀ ਦਾਦਾ ਜੀ। ਦਾਦਾ ਵੀਰ, ਦਾਦੀ ਅਤੇ ਪਰੀ ਸਾਰੇ ਖਾਣ ਦੇ ਮੇਜ਼ ਦੇ ਉੱਤੇ ਖਾਣਾ ਖਾ ਰਹੇ ਨੇ। ਘਰ ਦੇ ਨੌਕਰ ਸਾਰਿਆਂ ਨੂੰ ਖਾਣਾ ਖਵਾ ਰਹੇ ਨੇ। ਅੱਜ ਮੇਰੀ ਗੁੜੀਆ ਆਪਣੇ ਸ਼ੁਭ ਹੱਥਾਂ ਨਾਲ ਸਾਰਿਆਂ ਨੂੰ ਦਾਨ ਕਰੇਗੀ। ਹਾਂਜੀ ਦਾਦੂ, ਮੈਂ ਸਾਰਿਆਂ ਨੂੰ ਮਿਠਾਈ, ਕੱਪੜੇ ਅਤੇ ਪੈਸੇ ਦਾਨ ਕਰਕੇ ਆਪਣੇ ਦਾਦਾ ਜੀ ਦਾ ਨਾਮ ਰੋਸ਼ਨ ਕਰਾਂਗੀ। ਸ਼ਾਬਾਸ਼ ਮੇਰੀ ਬੱਚੀ, ਮੈਨੂੰ ਤੇਰੇ ਕੋਲੋਂ ਆਈ ਉਮੀਦ ਸੀ। ਆਖਿਰ ਪੋਤਰੀ ਕੀ ਦੀ ਹੈ ਜੀ। ਅੱਜ ਦਾ ਦਿਨ ਸਾਡੇ ਲਈ ਬੜਾ ਹੀ ਸ਼ੁਭ ਹੈ। ਰਾਤ ਨੂੰ ਇੱਕ ਪਾਸੇ ਹੋਲਿਕਾ ਦੀ ਪੂਜਾ ਹੋ ਰਹੀ ਹੈ ਤੇ ਦੂਜੇ ਪਾਸੇ ਕੁਝ ਲੋਕ ਲਾਈਨ ਦੇ ਵਿੱਚ ਖੜੇ ਹੋਏ ਨੇ ਜਿਨ੍ਹਾਂ ਨੂੰ ਪਰੀ ਦਾਨ ਕਰਦੀ ਪਈ ਹੈ। ਗਰੀਬ ਲੋਕ ਸਾਮਾਨ ਲੈਣ ਤੋਂ ਬਾਅਦ ਇੱਕ-ਇੱਕ ਕਰਕੇ ਦਾਦਾ ਵੀਰ ਨੂੰ ਥੋੜਾ-ਥੋੜਾ ਰੰਗ ਵੀ ਲਗਾਉਂਦੇ ਪਏ ਨੇ। ਤੁਹਾਨੂੰ ਸਾਰਿਆਂ ਨੂੰ ਹੋਲੀ ਮੁਬਾਰਕ ਹੋਵੇ। ਆਪਕੋ ਵੀ ਦਾਦਾ ਜੀ। ਜੈ ਦਾਦਾ ਵੀਰ ਦੀ, ਜੈ ਪਰੀ ਬੇਟੀ ਦੀ। ਚੰਦੂ, ਨੰਦੂ ਅਤੇ ਬਾਕੀ ਸਾਰੇ ਲੋਕ ਜੈ ਜੈਕਾਰ ਕਰਦੇ ਨੇ। ਅਗਲੇ ਦਿਨ ਹਵੇਲੀ ਵਿੱਚ ਹੋਲੀ ਦਾ ਰੰਗਾ-ਰੰਗ ਪ੍ਰੋਗਰਾਮ ਚੱਲ ਰਿਹਾ ਹੈ। ਸਾਰੇ ਲੋਕ ਇੱਕ ਦੂਜੇ ਉੱਤੇ ਰੰਗ ਤੇ ਗੁਲਾਲ ਸੁੱਟਦੇ ਪਏ ਨੇ। ਦਾਦਾ ਵੀਰ ਇੱਕ ਵੱਡੀ ਸਾਰੀ ਕੁਰਸੀ ਉੱਤੇ ਬੈਠੇ ਨੇ। ਸਾਰੇ ਲੋਕ ਦਾਦਾ ਵੀਰ ਨੂੰ ਗੁਲਾਲ ਲਗਾਉਂਦੇ ਪਏ ਨੇ। ਚੰਦੂ ਅਤੇ ਨੰਦੂ ਗੇਟ ਉੱਤੇ ਹਾਰ ਪਾ ਕੇ ਪੁਰਾਣਿਆਂ ਦਾ ਸਵਾਗਤ ਕਰਦੇ ਪਏ ਨੇ। ਪਰੀ ਆਪਣੀ ਪਿਚਕਾਰੀ ਲੈ ਕੇ ਬੱਚਿਆਂ ਦੇ ਪਿੱਛੇ ਦੌੜਦੀ ਪਈ ਹੈ। ਚਾਰੇ ਪਾਸੇ ਹੋਲੀ ਦਾ ਮਾਹੌਲ ਹੈ। ਥੋੜੀ ਦੇਰ ਬਾਅਦ
ਅਚਾਨਕ ਦਾਦੀ ਦੀ ਆਵਾਜ਼ ਆਉਂਦੀ ਹੈ। ਪਰੀ ਪਰੀ ਦਾਦਾ ਵੀਰ ਪਰੀ ਕਿੱਥੇ ਹੈ? ਕਿਤੇ ਕਿਤੇ ਨਜ਼ਰ ਹੀ ਨਹੀਂ ਆਉਂਦੀ ਪਈ। ਤੂੰ ਜ਼ਰਾ ਸ਼ਾਂਤ ਹੋ ਜਾ। ਪਰੀ ਹੁਣੇ ਇੱਥੇ ਹੀ ਬੱਚਿਆਂ ਦੇ ਨਾਲ ਖੇਡਦੀ ਪਈ ਸੀ। ਦਾਦਾ ਵੀਰ ਮੁਨੀਮ ਜੀ ਨੂੰ ਕਹਿੰਦੇ ਨੇ, ਮੁਨੀਮ ਜੀ ਸਾਰਿਆਂ ਨੂੰ ਕਹਿ ਦਿਓ ਪਰੀ ਨੂੰ ਲੱਭ ਕੇ ਲਿਆਓ। ਜੀ ਜੀ ਦਾਦਾ ਜੀ। ਖੁਸ਼ੀ ਦਾ ਮਾਹੌਲ ਅਚਾਨਕ ਦੁੱਖ ਵਿੱਚ ਹੀ ਬਦਲ ਜਾਂਦਾ ਹੈ। ਸਾਰੇ ਲੋਕ ਪਰੀ ਨੂੰ ਲੱਗਣ ਲੱਗ ਪੈਂਦੇ ਨੇ। ਉਦੋਂ ਹੀ ਇੱਕ ਬੱਚਾ ਬੰਟੀ ਆਉਂਦਾ ਹੈ। ਦਾਦਾ ਜੀ ਪਰੀ ਨੂੰ ਇੱਕ ਆਦਮੀ ਵੱਡੀ ਸਾਰੀ ਬੋਰੀ ਵਿੱਚ ਬੰਨ ਕੇ ਆਪਣੇ ਨਾਲ ਪਹਾੜੀ ਵੱਲ ਲੈ ਕੇ ਗਿਆ ਹੈ। ਕਾਲੇ ਘੋੜੇ ਉੱਤੇ ਬੈਠ ਕੇ ਗਿਆ ਹੈ। ਕੀ ਤੂੰ ਸੱਚ ਕਹਿ ਰਿਹਾ ਪੁੱਤਰ? ਹਾਂ ਦਾਦਾ ਜੀ। ਉਦੋਂ ਹੀ ਚੰਦੂ ਦਾਦਾ ਵੀਰ ਦੇ ਕੋਲ ਭੱਜਿਆ ਆਉਂਦਾ ਹੈ। ਉਹਦੇ ਹੱਥ ਵਿੱਚ ਇੱਕ ਚਿੱਠੀ ਹੈ। ਦਾਦਾ ਜੀ ਇਹ ਚਿੱਠੀ ਕੋਈ ਬੂਏ ਦੇ ਉੱਤੇ ਛੱਡ ਕੇ ਗਿਆ ਹੈ। ਪੜੋ ਤਾਂ ਸਹੀ ਇਹਦੇ 'ਚ ਕੀ ਲਿਖਿਆ ਹੈ। ਦਾਦਾ ਵੀਰ ਚੰਦੂ ਕੋਲੋਂ ਚਿੱਠੀ ਲੈ ਕੇ ਪੜ੍ਹਦੇ ਨੇ। ਸਾਰੇ ਲੋਕ ਉਹਨਾਂ ਦੇ ਕੋਲ ਖੜੇ ਨੇ। ਰਾਮ ਰਾਮ ਦਾਦਾ ਵੀਰ, ਧਿਆਨ ਨਾਲ ਸੁਣੋ। ਤੁਹਾਡੀ ਪੋਤੀ ਸਾਡੇ ਕੋਲ ਬਿਲਕੁਲ ਠੀਕ ਠਾਕ ਹੈ। 2 ਦਿਨਾਂ ਦੇ ਅੰਦਰ 50 ਲੱਖ ਰੁਪਏ ਦਾ ਬੰਦੋਬਸਤ ਕਰ ਲਿਓ। ਤੁਹਾਡੀ ਪਰੀ ਤੁਹਾਡੇ ਕੋਲ ਵਾਪਸ ਮਿਲ ਜਾਏਗੀ। ਪੈਸੇ ਕਦੋਂ ਅਤੇ ਕਿੱਥੇ ਦੇਣਾ ਹੈ ਉਹ ਮੈਂ ਅਗਲੀ ਚਿੱਠੀ ਵਿੱਚ ਦੱਸ ਦਿਆਂਗਾ। ਯਾਦ ਰੱਖਿਓ, ਚਾਲਾਕੀ ਦਾ ਨਤੀਜਾ ਬੜਾ ਹੀ ਬੁਰਾ ਨਿਕਲੇਗਾ। ਅਗਲੀ ਚਿੱਠੀ ਦੀ ਉਡੀਕ ਕਰੋ। ਰਾਮ ਰਾਮ। ਮੇਰੀ ਬੱਚੀ, ਮੇਰੀ ਪਰੀ ਕਿੱਥੇ ਚਲੀ ਗਈ? ਦਾਦਾ ਵੀਰ ਕੁਛ ਵੀ ਕਰਕੇ ਮੇਰੀ ਬੱਚੀ ਨੂੰ ਵਾਪਸ ਲੈ ਕੇ ਆਓ। ਹਾਂ ਹਾਂ, ਪਰੀ ਜ਼ਰੂਰ ਵਾਪਸ ਆਏਗੀ। ਦਾਦਾ ਜੀ ਤੁਸੀਂ ਚਿੰਤਾ ਨਾ ਕਰਿਓ। ਮੈਂ ਸ਼ਾਮੇ ਤਿਕਰ ਪਰੀ ਨੂੰ ਇੱਥੇ ਲਿਆ ਕੇ ਰਵਾਂਗਾ। ਇਹ ਮੇਰਾ ਵਾਅਦਾ ਹੈ। ਠੀਕ ਹੈ ਚੰਦੂ, ਮੈਨੂੰ ਤੇਰੇ ਉੱਤੇ ਪੂਰਾ ਹੀ ਭਰੋਸਾ ਹੈ। ਚੰਦੂ ਬੰਟੀ ਨੂੰ ਥੋੜੇ ਪਰੇ ਲੈ ਜਾ ਕੇ ਪੁੱਛਦਾ ਹੈ, ਪੁੱਤਰ ਕਿੰਨੇ ਬੰਦੇ ਪਰੀ ਨੂੰ ਲੈ ਕੇ ਗਏ ਤੇ ਉਹ ਦਿਸਦੇ ਕਿਸ ਤਰ੍ਹਾਂ ਦੇ ਸੀ? ਬਸ ਇੱਕ ਹੀ ਆਦਮੀ ਸੀ ਤੇ ਉਹਦੀਆਂ ਬੜੀਆਂ ਵੱਡੀਆਂ ਵੱਡੀਆਂ ਮੁੱਛਾਂ ਸੀ। ਉਹਨੇ ਲਾਲ ਰੰਗ ਦੀ ਕਮੀਜ਼ ਪਾਈ ਹੋਈ ਸੀ। ਕਾਲੇ ਘੋੜੇ ਉੱਤੇ ਬੈਠ ਕੇ ਪਹਾੜੀ ਵੱਲ ਗਿਆ ਹੈ। ਅੱਛਾ, ਲਾਲ ਕੱਪੜੇ, ਵੱਡੀਆਂ ਵੱਡੀਆਂ ਮੁੱਛਾਂ, ਕਾਲਾ ਘੋੜਾ, ਪਹਾੜੀ ਵੱਲ ਗਿਆ ਹੈ। ਧੰਨਵਾਦ ਬੰਟੀ ਪੁੱਤਰ। ਕਾਕਾ ਮੈਨੂੰ ਤੇ ਬੜਾ ਹੀ ਡਰ ਲੱਗਦਾ ਪਿਆ ਹੈ। ਡਰ ਨਾ ਪੁੱਤਰ, ਅਸੀਂ ਬੜੀ ਜਲਦੀ ਪਰੀ ਨੂੰ ਲੈ ਕੇ ਆਣਗੇ। ਚੰਦੂ ਅਤੇ ਨੰਦੂ ਪਰੀ ਨੂੰ ਲੱਭਣ ਦੇ ਲਈ ਪਹਾੜੀ ਉੱਤੇ ਜਾਂਦੇ ਨੇ। ਚੰਦੂ ਦੇ ਕੋਲ ਰੱਸੀ ਅਤੇ ਡੰਡਾ ਹੈ ਅਤੇ ਰਾਸਤੇ ਵਿੱਚ ਉਹ ਇੱਕ ਕਿਸਾਨ ਨੂੰ ਪੁੱਛਦੇ ਨੇ, ਸੁਣ ਕਿਸ਼ਨ ਵੀਰੇ, ਭਲਾ ਪਿੰਡ ਵਿੱਚ ਕਿਸ ਦੇ ਕੋਲ ਕਾਲਾ ਘੋੜਾ ਹੈਗਾ ਹੈ? ਕਿਸਾਨ ਨੂੰ ਕੁਝ ਪੈਸੇ ਦਿੰਦੇ ਨੇ। ਓਏ ਹਾਂ ਵੀਰੇ, ਉਸ ਪਹਾੜੀ ਉੱਤੇ ਇੱਕ ਛੋਟਾ ਜਿਹਾ ਪਾਲੀ ਪਿੰਡ ਹੈ। ਉਸ ਪਿੰਡ ਵਿੱਚ ਇੱਕ ਜੱਗੂ ਟਾਂਗੇ ਵਾਲਾ ਰਹਿੰਦਾ ਹੈ। ਉਹਦੇ ਹੀ ਕੋਲ ਇੱਕ ਕਾਲਾ ਘੋੜਾ ਹੈ। ਧੰਨਵਾਦ ਵੀਰੇ, ਚੰਗਾ ਮੈਂ ਚੱਲਦਾ। ਉਹ ਦੋਵੇਂ ਪਾਲੀ ਪਿੰਡ ਪਹੁੰਚਦੇ ਨੇ। ਉੱਥੇ ਹੀ ਇੱਕ ਜਗ੍ਹਾ ਹੈ, ਕਾਲਾ ਘੋੜਾ ਵੱਜਿਆ ਹੋਇਆ ਹੈ। ਨਾਲ ਹੀ ਇੱਕ ਛੋਟੀ ਜਿਹੀ ਝੋਪੜੀ ਵੀ ਹੈ। ਚੰਦੂ ਅਤੇ ਨੰਦੂ ਦਰਖਤ ਦੇ ਪਿੱਛੇ ਲੁਕ ਕੇ ਉਸੇ ਪਾਸੇ ਨਜ਼ਰ ਰੱਖਦੇ ਨੇ। ਉਦੋਂ ਹੀ ਝੋਪੜੀ ਵਿੱਚੋਂ ਇੱਕ ਵੱਡੀਆਂ ਮੁੱਛਾਂ ਵਾਲਾ ਬੰਦਾ ਬਾਹਰ ਆਉਂਦਾ ਹੈ। ਚੰਦੂ ਨੰਦੂ ਨੂੰ ਹੌਲੀ ਜਿਹੀ ਕਹਿੰਦਾ ਹੈ, ਸਾਨੂੰ ਸੰਭਲ ਕਰ ਕੰਮ ਕਰਨਾ ਪਊਗਾ। ਪਰ ਵੀਰ ਜੀ, ਪਰੀ ਕਿੱਥੇ ਹੈ? ਪਰੀ ਇਸੀ ਝੋਪੜੀ ਦੇ ਅੰਦਰ ਹੋਊਗੀ। ਚੰਦੂ ਇੱਕ ਵੱਡਾ ਜਿਹਾ ਪੱਥਰ ਚੁੱਕ ਕੇ ਦੂਜੀ ਦਿਸ਼ਾ ਵਿੱਚ ਫੇਂਕ ਦਿੰਦਾ ਹੈ। ਪੱਥਰ ਦੀ ਆਵਾਜ਼ ਸੁਣ ਕੇ ਜੱਗੂ ਉਸੇ ਦਿਸ਼ਾ ਦੇ ਵੱਲ ਚਲੇ ਜਾਂਦਾ ਹੈ। ਕੌਣ ਹੈ ਉੱਥੇ? ਉਦੋਂ ਹੀ ਚੰਦੂ ਅਤੇ ਨੰਦੂ ਛੁਪਦੇ ਝੋਪੜੀ ਦੇ ਅੰਦਰ ਚਲੇ ਜਾਂਦੇ ਨੇ। ਉੱਥੇ ਹੀ ਉਹਨਾਂ ਨੂੰ ਪਰੀ ਦਿਸਦੀ ਹੈ। ਉਹਦਾ ਮੂੰਹ ਕੱਪੜੇ ਨਾਲ ਬੰਨਿਆ ਹੋਇਆ ਹੈ ਤੇ ਹੱਥ ਪੈਰ ਵੀ ਰੱਸੀ ਨਾਲ ਬੰਦੇ ਹੋਏ ਨੇ। ਚੰਦੂ ਅਤੇ ਨੰਦੂ ਲੁਕ ਕੇ ਬਹਿ ਜਾਂਦੇ ਨੇ। ਜੱਗੂ ਅੰਦਰ ਆ ਕੇ ਮੰਜੀ ਉੱਤੇ ਲੰਬਾ ਪੈ ਜਾਂਦਾ ਹੈ ਅਤੇ ਕਹਿੰਦਾ ਹੈ, 2 ਦਿਨ ਬਾਅਦ ਤਾਂ ਮੈਂ ਮਾਲਾ ਮਾਲ ਹੋ ਜਾਊਂਗਾ। ਫਿਰ ਇਹ ਪਿੰਡ ਨੂੰ ਛੱਡ ਕੇ ਸ਼ਹਿਰ ਵਿੱਚ ਆਰਾਮ ਨਾਲ ਜ਼ਿੰਦਗੀ ਜੀਊਂਗਾ। ਵਾਹ, ਮਜ਼ਾ ਆ ਜਾਊਗਾ। ਉਦੋਂ ਹੀ ਚੰਦੂ ਅਤੇ ਨੰਦੂ ਡੰਡਿਆਂ ਦੇ ਨਾਲ ਬੜੀ ਤੇਜ਼ ਨਾਲ ਜੱਗੂ ਨੂੰ ਮਾਰਨਾ ਸ਼ੁਰੂ ਕਰਦੇ ਨੇ। ਜੱਗੂ ਬੇਹੋਸ਼ ਹੋ ਜਾਂਦਾ ਹੈ। ਇੱਧਰ ਹਵੇਲੀ ਵਿੱਚ ਸਾਰੇ ਲੋਕ ਬੜੀ ਬੇਸਬਰੀ ਨਾਲ ਉਹਨਾਂ ਤਿੰਨਾਂ ਦੀ ਉਡੀਕ ਕਰਦੇ ਪਏ ਨੇ। ਉਦੋਂ ਹੀ ਚੰਦੂ ਅਤੇ ਨੰਦੂ ਪਰੀ ਨੂੰ ਆਪਣੇ ਨਾਲ ਲੈ ਕੇ
ਤੇ ਕਾਲੇ ਘੋੜੇ ਉੱਤੇ ਜੱਗੂ ਨੂੰ ਬੰਨ੍ਹ ਕੇ ਲੈ ਕੇ ਆਉਂਦੇ ਨੇ। ਪਰੀ ਭੱਜ ਕੇ ਦਾਦਾ ਵੀਰ ਦੇ ਕੋਲ ਆ ਜਾਂਦੀ ਏ। ਚੰਦੂ ਅਤੇ ਨੰਦੂ ਦੀ ਜੈ ਜੈਕਾਰ ਹੋਣ ਲੱਗਦੀ ਏ। ਤੁਰੰਤ ਹੀ ਇੰਸਪੈਕਟਰ ਸਾਹਿਬ ਨੂੰ ਬੁਲਾਓ ਤੇ ਇਹਨਾਂ ਨੂੰ ਜੇਲ੍ਹ ਭੇਜ ਦਿਓ। ਉਦੋਂ ਹੀ ਜੱਗੂ ਨੂੰ ਹੋਸ਼ ਆ ਜਾਂਦੀ ਏ। ਮੈਨੂੰ ਮਾਫ ਕਰ ਦਿਓ ਦਾਦਾ ਵੀਰ, ਮੈਂ ਇਹ ਸਾਰਾ ਕੁਝ ਤੁਹਾਡੇ ਮੁਨੀਮ ਦੇ ਕਹਿਣ ਤੇ ਕੀਤਾ ਹੈ। ਅੱਛਾ ਮੁਨੀਮ ਜੀ, ਤੇ ਸਾਰਾ ਕੁਝ ਤੁਸੀਂ ਕਰਵਾਇਆ ਹੈ? ਜਿਹੜੀ ਥਾਲੀ ਵਿੱਚ ਖਾਂਦੇ ਹੋ ਉਸੇ ਵਿੱਚ ਛੇਦ ਕਰਦੇ ਹੋ। ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ ਦਾਦਾ ਜੀ। ਅੱਜ ਚੰਦੂ ਅਤੇ ਨੰਦੂ ਨੇ ਅੱਜ ਬੜੀ ਬਹਾਦੁਰੀ ਵਾਲਾ ਕੰਮ ਕਰਕੇ ਆਪਣੀ ਵਫਾਦਾਰੀ ਦਾ ਸਬੂਤ ਵੀ ਦਿੱਤਾ ਹੈ। ਅੱਜ ਤੋਂ ਚੰਦੂ ਸਾਡਾ ਮੁਨੀਮ ਹੋਵੇਗਾ ਤੇ ਇਸ ਮੁਨੀਮ ਨੂੰ ਜੱਗੂ ਦੇ ਨਾਲ ਜੇਲ੍ਹ ਭੇਜਿਆ ਜਾਵੇਗਾ। ਇਹ ਕਹਿ ਕੇ ਦਾਦਾ ਵੀਰ ਪਰੀ ਨੂੰ ਆਪਣੀ ਗੋਦ ਵਿੱਚ ਚੁੱਕ ਲੈਂਦੇ ਨੇ। ਚੰਦੂ ਕਾਕਾ ਤੇ ਨੰਦੂ ਕਾਕਾ ਦੀ ਜੈ। ਸਾਰੇ ਪਾਸੇ ਖੁਸ਼ੀ ਦਾ ਹੀ ਮਾਹੌਲ ਹੈ।